ਸਪਾਊਸ ਓਪਨ ਵਰਕ ਪਰਮਿਟ ਕੈਨੇਡਾ ਦੀ ਗੱਲ ਕਰੀਏ ਤਾਂ ਇੱਕ ਕਨਫਿਊਜ਼ਨ ਅਕਸਰ ਐਪਲੀਕੈਂਟ ਨੂੰ ਰਹਿੰਦੀ ਆ, ਉਹ ਹੈ ਉਹਨਾਂ ਦੇ ਆਕੂਪੇਸ਼ਨ ਨੂੰ ਲੈ ਕੇ। ਬਹੁਤ ਸਾਰੇ ਐਪਲੀਕੈਂਟ ਜੋ ਐਗਰੀਕਲਚਰ ਕਰਦੇ ਆ ਜਾਂ ਬਹੁਤ ਸਾਰੇ ਐਪਲੀਕੈਂਟ ਜੋ ਡੈਰੀ ਫਾਰਮਿੰਗ ਦਾ ਕੰਮ ਕਰਦੇ ਆ, ਉਹਨਾਂ ਨੂੰ ਡਰਾਇਆ ਜਾਂਦਾ ਵੀ ਐਗਰੀਕਲਚਰ ਦਾ ਕਰਕੇ ਜਾਂ ਡੈਰੀ ਫਾਰਮਿੰਗ ਦਾ ਕਰਕੇ ਤੁਹਾਡਾ ਜਿਹੜਾ ਓਪਨ ਵਰਕ ਪਰਮਿਟ ਆ ਉਹ ਤੁਹਾਨੂੰ ਨਹੀਂ ਮਿਲੂਗਾ, ਜੋ ਕਿ ਸਰਾਸਰ ਗਲਤ ਆ। ਇੱਥੇ ਇੱਕ ਗੱਲ ਮੈਂ ਦੱਸ ਦੇਣਾ ਚਾਹੁੰਦਾ, ਅਗਰ ਤੁਹਾਡੇ ਕੋਲ ਕੋਈ ਸਕਿੱਲ ਹੈ, ਯਾਨੀ ਤੁਸੀਂ ਕੋਈ ਸਕਿਲਡ ਬੇਸ ਆਕੂਪੇਸ਼ਨ ਦੇ ਵਿੱਚ ਜੌਬ ਕਰਦੇ ਹੋ, ਦੈਨ ਤੁਹਾਡੀ ਪ੍ਰੈਜੈਂਟੇਸ਼ਨ ਜ਼ਰੂਰ ਸਟਰੋਂਗ ਹੁੰਦੀ ਹੈ। ਤੁਸੀਂ ਇੱਕ ਦੱਸ ਸਕਦੇ ਹੋ ਤੁਸੀਂ ਕੈਨੇਡਾ ਜਾ ਕੇ ਕੀ ਕੰਮ ਕਰੋਗੇ। ਅਗਰ ਤੁਸੀਂ ਆਲਰੇਡੀ ਕਿਸੇ ਸਕਿੱਲ ਬੇਸਡ ਆਕੂਪੇਸ਼ਨ ਦੇ ਵਿੱਚ ਪਿਛਲੇ 3 ਸਾਲ 2 ਸਾਲ ਤੋਂ ਇਨਵੋਲਵ ਹੋ ਤਾਂ ਤੁਹਾਡੀ ਪ੍ਰੈਜੈਂਟੇਸ਼ਨ ਸਟਰੋਂਗ ਹੋ। ਤੁਸੀਂ ਕਹਿ ਸਕਦੇ ਹੋ ਵੀ ਕੈਨੇਡਾ ਜਾ ਕੇ ਮੈਂ ਸੋ ਐਂਡ ਸੋ ਕੰਮ ਕਰ ਸਕਦਾ। ਬਟ ਇਸ ਦਾ ਮਤਲਬ ਇਹ ਨਹੀਂ ਵੀ ਜੇ ਤੁਹਾਡੇ ਕੋਲ ਕੋਈ ਸਕਿੱਲ ਨਹੀਂ, ਤੁਸੀਂ ਐਗਰੀਕਲਚਰ ਕਰਦੇ ਹੋ ਜਾਂ ਡੈਰੀ ਫਾਰਮਿੰਗ ਕਰਦੇ ਹੋ, ਤੁਹਾਨੂੰ ਵੀਜ਼ਾ ਨਹੀਂ ਦਿੱਤਾ ਜਾਊਗਾ। ਸਪਾਊਸ ਓਪਨ ਵਰਕ ਪਰਮਿਟ ਦੇ ਵਿੱਚ 2 ਗੱਲਾਂ ਦਾ ਧਿਆਨ ਜ਼ਰੂਰੀ ਹੁੰਦਾ। ਸਭ ਤੋਂ ਪਹਿਲਾਂ ਤੁਹਾਡੇ ਰਿਲੇਸ਼ਨਸ਼ਿਪ ਦਾ। ਬਹੁਤ ਸਾਰੇ ਜਿਨ੍ਹਾਂ ਦੀ ਮੈਰਿਜ 2 ਜਾਂ 3 ਸਾਲ ਤੋਂ ਪੁਰਾਣੀ ਆ, ਉਹਨਾਂ ਨੂੰ ਰਿਲੇਸ਼ਨਸ਼ਿਪ ਨੂੰ ਲੈ ਕੇ ਕੋਈ ਜ਼ਿਆਦਾ ਡਿਟੇਲ ਦੇ ਵਿੱਚ ਜਾਂ ਡਾਕੂਮੈਂਟ ਦੇ ਵਿੱਚ ਨਹੀਂ ਦੇਣੇ ਪੈਂਦੇ, ਜਾਂ ਜਿਨ੍ਹਾਂ ਦੇ ਆਲਰੇਡੀ ਬੇਬੀ ਵੀ ਹੈ ਤਾਂ ਉਹਨਾਂ ਨੂੰ ਤਾਂ ਇਸ ਦੇ ਵਿੱਚ ਬਿਲਕੁਲ ਵੀ ਆਪਾਂ ਕਹਿ ਦਈਏ ਕੋਈ ਡਾਕੂਮੈਂਟ ਰੈਡੀ ਕਰਨ ਦੇ ਵਿੱਚ ਪ੍ਰੋਬਲਮ ਨਹੀਂ ਹੁੰਦੀ। ਬਟ ਜਿਨ੍ਹਾਂ ਦੀ ਰੀਸੈਂਟ ਮੈਰਿਜ ਹੋਈ ਹੁੰਦੀ ਹੈ, ਜਿਨ੍ਹਾਂ ਦੀ ਮੈਰਿਜ 6 ਮਹੀਨੇ ਸਾਲ 1.5 ਸਾਲ ਪੁਰਾਣੀ ਆ, ਉਹਨਾਂ ਨੂੰ ਪ੍ਰੋਪਰ ਡਾਕੂਮੈਂਟੇਸ਼ਨ ਰਿਲੇਸ਼ਨਸ਼ਿਪ ਦੀ ਦੇਣੀ ਪੈਂਦੀ ਹੈ, ਜਿਹਦੇ ਵਿੱਚ ਮੈਰਿਜ ਫੋਟੋਜ਼ ਜਾਂ ਪੋਸਟ ਮੈਰਿਜ ਫੋਟੋ ਜਾਂ ਹੋਰ ਵੀ ਜਿਹੜੇ ਡਾਕੂਮੈਂਟ ਰਿਲੇਸ਼ਨਸ਼ਿਪ ਨੂੰ ਜਸਟੀਫਾਈ ਕਰਦੇ ਆ। ਦੂਸਰਾ ਜਿਹੜਾ 50% ਹੁੰਦਾ ਉਹ ਹੈ ਤੁਹਾਡੀ ਹੋਮ ਕੰਟਰੀ ਨਾਲ ਤੁਹਾਡੇ ਟਾਈਸ। ਹੁਣ ਜੌਬ ਵਾਲੇ ਐਪਲੀਕੈਂਟ ਦੇ ਕੋਲ ਜ਼ਰੂਰ ਸਕਿੱਲ ਹੋਏਗੀ, ਬਟ ਬਿਜ਼ਨਸ ਐਂਡ ਐਗਰੀਕਲਚਰ ਦੇ ਨਾਲ ਵੀ ਤੁਸੀਂ ਆਪਣੀ ਹੋਮ ਕੰਟਰੀ ਨਾਲ ਟਾਈਸ ਦਿਖਾ ਸਕਦੇ ਹੋ। ਵੀਜ਼ਾ ਆਫਿਸਰ ਕੀ ਦੇਖੇਗਾ, ਤੁਸੀਂ ਆਪਣੀ ਹੋਮ ਕੰਟਰੀ ਦੇ ਵਿੱਚ ਕੀ ਕੰਮ ਕਰਦੇ ਹੋ, ਉਹ ਕੰਮ ਦੇ ਰਿਲੇਟਡ ਤੁਸੀਂ ਕਿੰਨੇ ਡਾਕੂਮੈਂਟ ਆਪਣੀ ਐਪਲੀਕੇਸ਼ਨ ਦੇ ਨਾਲ ਸਬਮਿਟ ਕਰ ਰਹੇ ਹੋ, ਤੁਹਾਡਾ ਲੈਣ ਦੇਣ ਕਿੱਦਾਂ ਦਾ, ਤੁਹਾਡੀ ਬੈਂਕ ਸਟੇਟਮੈਂਟ ਕਿੱਦਾਂ ਦਾ। ਹੁਣ ਐਗਰੀਕਲਚਰ ਵਾਲਾ ਬੰਦਾ ਸਭ ਤੋਂ ਪਹਿਲਾਂ ਆਪਣੀ ਜੇ ਫਾਰਮ ਆਪਣੀ ਐਪਲੀਕੇਸ਼ਨ ਦੇ ਨਾਲ ਲਗਾ ਸਕਦਾ, ਐਂਡ ਉਹ ਜੇ ਫਾਰਮ ਦਾ ਪੈਸਾ ਜਿਸ ਅਕਾਊਂਟ ਦੇ ਵਿੱਚ ਆਇਆ ਉਸ ਦੀ ਸਟੇਟਮੈਂਟ ਵੀ ਜ਼ਰੂਰ ਨਾਲ ਲਗਾਓ। ਤੁਸੀਂ ਇੱਕ ਐਗਰੀਕਲਚਰ ਇਨਕਮ ਸਰਟੀਫਿਕੇਟ ਤਹਿਸੀਲਦਾਰ ਤੋਂ ਬਣਾ ਸਕਦੇ ਹੋ ਅਗਰ ਪੋਸੀਬਲ ਹੈ। ਤੁਸੀਂ ਆਪਣੀਆਂ ਇਨਕਮ ਟੈਕਸ ਰਿਟਰਨ ਆਪਣੀ ਐਪਲੀਕੇਸ਼ਨ ਦੇ ਨਾਲ ਲਗਾ ਸਕਦੇ ਹੋ। ਮਿਨੀਮਮ ਟੂ ਮਿਨੀਮਮ 3 ਡਾਕੂਮੈਂਟ ਤੁਸੀਂ ਆਪਣੀ ਐਪਲੀਕੇਸ਼ਨ ਦੇ ਨਾਲ ਲਗਾਓ। ਦੂਸਰਾ, ਡੈਰੀ ਫਾਰਮਿੰਗ ਦਾ ਅਗਰ ਤੁਸੀਂ ਕੰਮ ਕਰਦੇ ਹੋ, ਤੁਸੀਂ ਜੋ ਡੈਰੀ ਫਾਰਮਿੰਗ ਦੇ ਵਿੱਚ ਤੁਹਾਡਾ ਲੈਣ ਦੇਣ ਆ ਉਹ ਤੁਸੀਂ ਅਕਾਊਂਟ 'ਚ ਕਰੋ। ਅਗਰ ਨਹੀਂ ਵੀ ਕਰ ਰਹੇ, ਅੱਗੇ ਵੀ ਅਪਲਾਈ ਕਰਨਾ, ਤਾਂ ਮਿਨੀਮਮ ਜੋ ਤੁਸੀਂ ਜਿੰਨੀ ਟ੍ਰਾਂਜੈਕਸ਼ਨ ਤੁਹਾਡੀ ਡੈਰੀ ਫਾਰਮਿੰਗ ਦੀ ਹੁੰਦੀ ਆ ਅਕਾਊਂਟ 'ਚ ਕਰੋ, ਤਾਂ ਜੋ ਉਸ ਅਕਾਊਂਟ ਦੀ ਸਟੇਟਮੈਂਟ ਲਾ ਕੇ ਤੁਸੀਂ ਆਪਣੇ ਆਕੂਪੇਸ਼ਨ ਨੂੰ ਸਪੋਰਟ ਕਰ ਸਕੋ। ਬਿੱਲ ਅਗਰ ਤੁਸੀਂ ਲੈ ਸਕਦੇ ਹੋ ਤਾਂ ਬਿੱਲ ਲਗਾਓ। ਦੂਸਰਾ, ਇਨਕਮ ਟੈਕਸ ਰਿਟਰਨ ਦੇ ਵਿੱਚ ਵੀ ਤੁਸੀਂ ਆਪਣਾ ਆਕੂਪੇਸ਼ਨ ਸ਼ੋ ਕਰੋ। ਸੋ ਤੁਹਾਡਾ ਜਿਹੜਾ ਜੌਬ ਸ਼ੋ ਕਰਨ ਦਾ ਜਾਂ ਤੁਹਾਡੀ ਬੈਂਕ ਸਟੇਟਮੈਂਟ ਸ਼ੋ ਕਰਨ ਦਾ ਤੁਹਾਡਾ ਮੇਨ ਮਕਸਦ ਤੁਹਾਡੀ ਹੋਮ ਕੰਟਰੀ ਨਾਲ ਤੁਹਾਡੇ ਟਾਈਸ। ਜਿੰਨੇ ਕਿਸੇ ਆਕੂਪੇਸ਼ਨ ਨੂੰ ਸਪੋਰਟ ਕਰਨ ਵਾਸਤੇ ਮੈਕਸਿਮਮ ਡਾਕੂਮੈਂਟ ਤੁਸੀਂ ਲਗਾ ਸਕਦੇ ਹੋ ਲਗਾਓ, ਉਸ ਦੇ ਬਿਹਾਫ 'ਤੇ ਹੀ ਤੁਹਾਡਾ ਡਿਸੀਜ਼ਨ ਲਿੱਤਾ ਜਾਊਗਾ। ਸੋ ਕਦੇ ਵੀ ਕਿਸੇ ਦੀ ਗੱਲ ਦੇ ਵਿੱਚ ਆ ਕੇ ਕੋਈ ਫੇਕ ਡਾਕੂਮੈਂਟ ਨਾ ਲਗਾਓ। ਸਪਾਊਸ ਓਪਨ ਵਰਕ ਪਰਮਿਟ ਦੇ ਵਿੱਚ ਅਗਰ ਕੋਈ ਐਪਲੀਕੈਂਟ ਫੇਕ ਡਾਕੂਮੈਂਟ ਲਗਾਇਆ ਤਾਂ ਉਸ ਤੋਂ ਵੱਡੀ ਬੇਵਕੂਫੀ ਕੋਈ ਵੀ ਨਹੀਂ ਆ। ਤੁਹਾਡਾ ਸਪਾਊਸ ਆਲਰੇਡੀ ਕੈਨੇਡਾ ਦੇ ਵਿੱਚ ਰਹਿ ਰਿਹਾ, ਜੇ ਫੇਕ ਡਾਕੂਮੈਂਟ ਦਾ ਕਰਕੇ ਤੁਸੀਂ ਤੁਹਾਡੇ ਉੱਪਰ ਮਿਸ ਰਿਪਰੈਜੈਂਟੇਸ਼ਨ ਲੱਗਦੀ ਆ ਤਾਂ ਤੁਸੀਂ 5 ਸਾਲ ਦੇ ਲਈ ਕੈਨੇਡਾ ਨਹੀਂ ਜਾ ਪਾਓਗੇ। ਔਰ ਇਸ ਤੋਂ ਵੀ ਜ਼ਰੂਰੀ, ਤੁਹਾਡਾ ਸਪਾਊਸ ਵੀ ਉਨਾ ਟਾਈਮ ਪਰਮਾਨੈਂਟ ਰੈਜ਼ੀਡੈਂਸੀ ਲਈ ਨਹੀਂ ਅਪਲਾਈ ਕਰ ਸਕਦਾ ਜਿੰਨਾ ਟਾਈਮ ਤੁਹਾਡਾ ਜਿਹੜਾ ਮਿਸ ਰਿਪਰੈਜੈਂਟੇਸ਼ਨ ਪੂਰੀ ਨਹੀਂ ਹੁੰਦੀ। ਸੋ ਸਪਾਊਸ ਓਪਨ ਵਰਕ ਪਰਮਿਟ ਦੇ ਵਿੱਚ ਆਕੂਪੇਸ਼ਨ ਜ਼ਰੂਰੀ ਹੈ, ਬਟ ਫੇਕ ਡਾਕੂਮੈਂਟ ਦੇ ਨਾਲ ਕੋਈ ਆਕੂਪੇਸ਼ਨ ਨਾ ਦਿਖਾਓ। ਅਗਰ ਤੁਹਾਡਾ ਆਪਣਾ ਬਿਜ਼ਨਸ ਹੈ, ਡੈਰੀ ਫਾਰਮਿੰਗ ਦਾ ਵੀ ਹੈ, ਤੁਹਾਡੀ ਆਪਣੀ ਐਗਰੀਕਲਚਰ ਵੀ ਆ, ਤਾਂ ਉਹ ਵੀ ਦਿਖਾ ਕੇ ਤੁਸੀਂ ਆਪਣੀ ਐਪਲੀਕੇਸ਼ਨ ਅਪਰੂਵ ਕਰਾ ਸਕਦੇ ਹੋ।